ਤੁਸੀਂ ਦੇਖ ਰਹੇ ਹੋ ਵੀਕਲੀ ਰਾਉਂਡ ਅਪ ਖਬਰਸਾਰ ਹਫਤਾਵਾਰ। ਮੈਂ ਆ ਮਨਿੰਦਰ ਗਰੇਵਾਲ। ਅਲਬਰਟਾ ਵਿੱਚ ਪਲਟੀ ਟੂਰਿਸਟ ਬੱਸ, ਮਰਨ ਵਾਲਿਆਂ ਵਿੱਚ 2 ਭਾਰਤੀ ਮੂਲ ਦੇ ਵਿਅਕਤੀ ਸ਼ਾਮਿਲ। ਕੈਨੇਡਾ ਸਰਕਾਰ ਨੇ ਮੰਨਿਆ ਸਮਾਂ ਰਹਿੰਦੇ ਉਹਨਾਂ ਨੂੰ ਕੋਵਿਡ-19 ਦੇ ਖਤਰੇ ਤੋਂ ਕਰ ਦਿੱਤਾ ਗਿਆ ਸੀਗਾ। ਕੈਨੇਡੀਅਨ ਟਰੱਕਰ ਬਚ ਰਹੇ ਨੇ ਅੱਜ ਕੱਲ੍ਹ US ਜਾਣ ਤੋਂ ਤੇ ਕੈਨੇਡਾ ਦੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਲਾਹ ਬਾਰਡਰ ਪੂਰੀ ਤਰ੍ਹਾਂ ਖੁੱਲ੍ਹਣ ਤੱਕ ਕੈਨੇਡਾ ਤੋਂ ਦੂਰ ਰਹਿਣ। ਅਲਬਰਟਾ ਦੇ ਕਸਬੇ ਜੈਸਪਰ ਵਿੱਚ ਕੋਲੰਬੀਆ ਆਈਸਫੀਲਡ ਵਿੱਚ 18 ਜੁਲਾਈ ਵਾਲੇ ਦਿਨ ਵਾਪਰੇ ਬੱਸ ਹਾਦਸੇ ਵਿੱਚ ਮਾਰੇ ਗਏ ਭਾਰਤੀ ਮੂਲ ਦੇ 2 ਵਿਅਕਤੀਆਂ ਦੇ ਪਰਿਵਾਰਾਂ ਨੇ ਇਸ ਦੁਰਘਟਨਾ ਨੂੰ ਜੀਵਨ ਬਦਲਣ ਵਾਲੀ ਘਟਨਾ ਕਰਾਰ ਦਿੱਤਾ ਹੈ। ਐਡਮਿੰਟਨ ਨਿਵਾਸੀ ਵਿਨੈ ਪਟੇਲ ਨੇ ਦੱਸਿਆ ਹੈ ਕਿ ਉਸ ਦੇ ਪਰਿਵਾਰਕ ਮੈਂਬਰ ਭਾਰਤ ਤੋਂ ਐਡਮਿੰਟਨ ਆਏ ਹੋਏ ਸਨ ਤੇ ਉਹਨਾਂ ਨੇ ਰੌਕੀਜ਼ ਜਾ ਕੇ ਕੁਦਰਤ ਦਾ ਆਨੰਦ ਲੈਣ ਦੀ ਯੋਜਨਾ ਬਣਾਈ ਸੀ, ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਵਿਨੈ ਦੇ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਸਮੇਤ 10 ਵਿਅਕਤੀ ਇਸ ਮੰਦਭਾਗੀ ਬੱਸ ਵਿੱਚ ਸਵਾਰ ਸਨ। ਉਸਨੇ ਦੱਸਿਆ ਹੈ ਕਿ ਬੱਸ ਨੇ ਘੱਟੋ-ਘੱਟ 10-12 ਪਲਟੀਆਂ ਖਾਧੀਆਂ ਤੇ 2 ਵਾਰ ਹਵਾ ਵਿੱਚ ਵੀ ਪਲਟੀ ਖਾਧੀ। ਉਸਨੇ ਇੱਕ ਬੱਚੀ ਨੂੰ ਬੱਸ ਦੇ ਹੇਠਾਂ ਆਈ ਹੋਈ ਵੇਖਿਆ, ਪਰ ਉਹ ਹੇਠਾਂ ਕੁਦਰਤੀ ਖਾਲੀ ਥਾਂ ਵਿੱਚ ਬਿਲਕੁਲ ਤੰਦਰੁਸਤ ਹਾਲਤ ਵਿੱਚ ਪਾਈ ਗਈ। ਵਿਨੈ ਪਟੇਲ ਦੇ ਦੋਸਤ ਦੀ ਪਤਨੀ ਦੀ ਮੌਤ ਹੋ ਗਈ ਹੈ। ਭਾਰਤ ਤੋਂ ਇੱਕ ਸੈਲਾਨੀ ਜੋੜਾ ਆਪਣੀ ਪੋਤੀ ਨੂੰ ਮਿਲਣ ਲਈ ਵੀ ਆਇਆ ਹੋਇਆ ਸੀ, ਜਿਸ ਵਿੱਚੋਂ 58 ਸਾਲਾ ਵਿਅਕਤੀ ਦੀ ਮੌਤ ਹੋ ਗਈ ਤੇ ਉਸ ਦੀ ਪਤਨੀ ਜ਼ਖਮੀ ਹੈ। ਬੱਸ ਹੇਠਾਂ ਆ ਕੇ ਵੀ ਬਚ ਜਾਣ ਵਾਲੀ ਲੜਕੀ ਉਹਨਾਂ ਦੀ ਹੀ ਪੋਤੀ ਹੈ। ਢਲਾਨ ਤੇ ਸਿਰ ਭਾਰ ਪਈ ਇਸ ਬੱਸ ਦੀ ਰਿਕਵਰੀ ਲਈ ਕਾਫੀ ਕੋਸ਼ਿਸ਼ਾਂ ਕਰਨੀਆਂ ਪਈਆਂ। Infancy stage of the investigation, and all steps are being taken to determine, together with our partner agencies, the cause of the rollover. ਸੰਸਦ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਫੈਡਰਲ ਲਿਬਰਲ ਸਰਕਾਰ ਲਿਖਤੀ ਰੂਪ ਵਿੱਚ ਮੰਨ ਗਈ ਹੈ ਕਿ ਕੈਨੇਡੀਅਨ ਫੋਰਸਿਸ ਇੰਟੈਲੀਜੈਂਸ ਕਮਾਂਡ ਦੀ ਮੈਡੀਕਲ ਯੂਨਿਟ ਨੇ ਕੋਵਿਡ-19 ਸੰਕਟ ਬਾਰੇ 17 ਜਨਵਰੀ ਨੂੰ ਹੀ ਦੇਸ਼ ਦੇ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਨੂੰ ਆਗਾਹ ਕਰ ਦਿੱਤਾ ਸੀ। 1 ਜਨਵਰੀ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਚੀਨ ਵਿੱਚ ਨਿਮੋਨੀਆ ਵਰਗੀ ਕਿਸੇ ਬਿਮਾਰੀ ਦੇ ਸਾਹਮਣੇ ਆ ਰਹੇ ਹੋਣ ਦੀ ਪੁਸ਼ਟੀ ਕੀਤੀ ਸੀ। This virus has 2 dangerous combinations. One is it's fast, it's contagious. Second, it's a killer. ਬਾਵਜੂਦ ਇਸ ਦੇ 27 ਜਨਵਰੀ ਨੂੰ ਜਾ ਕੇ ਫੈਡਰਲ ਸਰਕਾਰ ਨੇ ਇੱਕ ਰਿਸਪੌਂਸ ਗਰੁੱਪ ਗਠਿਤ ਕੀਤਾ, ਜਦਕਿ ਉਦੋਂ ਤੱਕ ਚੀਨ ਵਿੱਚ ਮਾਮਲੇ 82 ਤੋਂ ਵੱਧ ਕੇ 2800 ਹੋ ਚੁੱਕੇ ਸਨ ਤੇ 82 ਜਾਨਾਂ ਜਾ ਚੁੱਕੀਆਂ ਸਨ। ਦੁਨੀਆ ਦੇ ਹੋਰਨਾਂ ਮੁਲਕਾਂ ਵਿੱਚ ਵੀ ਇਸ ਬਿਮਾਰੀ ਨੇ ਪੈਰ ਫੈਲਾ ਲਏ ਸਨ। ਟੋਰੀ MP ਜੇਮਸ ਬੇਜ਼ਨ ਨੇ ਇਸ ਬਾਰੇ ਇੱਕ ਸਵਾਲ ਕੀਤਾ ਸੀ, ਜਿਸ ਦੇ ਜਵਾਬ ਵਿੱਚ ਫੈਡਰਲ ਸਰਕਾਰ ਨੂੰ ਇਸ ਬਾਰੇ ਦਸਤਾਵੇਜ਼ ਸੰਸਦ ਵਿੱਚ ਜਮ੍ਹਾਂ ਕਰਾਉਣੇ ਪਏ ਤੇ ਭਾਂਡਾ ਭੰਨਿਆ ਗਿਆ। MP ਬੇਜ਼ਨ ਦਾ ਕਹਿਣਾ ਹੈ ਕਿ ਹਮੇਸ਼ਾ ਬਾਅਦ ਵਿੱਚ ਮਾਫੀ ਮੰਗਣ ਵਾਲੀ ਫੈਡਰਲ ਸਰਕਾਰ ਜੇ ਛੇਤੀ ਹੋਸ਼ ਵਿੱਚ ਆ ਗਈ ਹੁੰਦੀ ਤਾਂ ਅੱਜ ਕੈਨੇਡਾ ਵਿੱਚ ਹਾਲਾਤ ਕੁਝ ਹੋਰ ਹੋਣੇ ਸਨ। ਕੈਨੇਡਾ ਦੀ ਇਮੀਗ੍ਰੇਸ਼ਨ, ਰੈਫਿਊਜੀਜ਼ ਅਤੇ ਸਿਟੀਜ਼ਨਸ਼ਿਪ ਮਿਨਿਸਟਰੀ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਲਈ ਇੱਕ ਅਹਿਮ ਐਲਾਨ ਕੀਤਾ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣੇ ਆ ਰੈਡ FM ਕੈਲਗਰੀ ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਤੋਂ। ਜੀ ਰਿਸ਼ੀ ਜੀ, ਕੀ ਖਬਰ ਹੈ? ਮਨਿੰਦਰ ਜੀ, ਕੈਨੇਡਾ ਸਰਕਾਰ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਉਸ ਸਮੇਂ ਤੱਕ ਕੈਨੇਡਾ ਨਾ ਆਉਣ ਜਦੋਂ ਤੱਕ ਕਿ ਕੈਨੇਡਾ ਵੱਲੋਂ ਆਪਣੀਆਂ ਸੀਮਾਵਾਂ ਨੂੰ ਪੂਰੀ ਤਰ੍ਹਾਂ ਖੋਲ੍ਹ ਨਹੀਂ ਦਿੱਤਾ ਜਾਂਦਾ। ਫੈਡਰਲ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਆਪਣੀ ਨਵੀਨਤਮ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ 18 ਮਾਰਚ ਤੋਂ ਬਾਅਦ ਕੈਨੇਡਾ ਦੇ ਕਿਸੇ ਵੀ ਸੰਸਥਾਨ ਵਿੱਚ ਦਾਖਲਾ ਮਿਲ ਗਿਆ ਹੈ, ਉਹ ਕੈਨੇਡਾ ਦੇ ਬਾਰਡਰ ਬੰਦ ਰਹਿਣ ਤੱਕ ਇੱਥੇ ਨਹੀਂ ਆ ਸਕਣਗੇ। ਜਿਨ੍ਹਾਂ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਵੈਲਿਡ ਸਟੱਡੀ ਪਰਮਿਟ 18 ਮਾਰਚ ਤੋਂ ਪਹਿਲਾਂ ਜਾਂ ਬਾਅਦ ਵਿੱਚ ਵੀ ਮਿਲਿਆ, ਉਹ ਵੀ ਕੈਨੇਡਾ ਨਹੀਂ ਆ ਸਕਣਗੇ। ਪਰ ਜੇ ਉਹਨਾਂ ਦਾ ਆਉਣਾ ਬਹੁਤ ਜ਼ਰੂਰੀ ਹੈ ਜਾਂ ਅਜਿਹੇ ਹਾਲਾਤ ਬਣ ਗਏ ਨੇ ਜਿੱਥੇ ਉਹਨਾਂ ਦੇ ਆਉਣ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ, ਫਿਰ ਉਹ ਕੈਨੇਡਾ ਆ ਸਕਦੇ ਨੇ। ਪਰ ਇਹਨਾਂ ਵਾਸਤੇ ਉਹਨਾਂ ਹਾਲਾਤ ਦੇ ਸਬੂਤ ਸਹਿਤ ਜਾਣਕਾਰੀ ਦੇਣੀ ਪਏਗੀ। ਫਿਲਹਾਲ ਉਹ ਕੈਨੇਡਾ ਆਉਣ ਤੋਂ ਗੁਰੇਜ਼ ਕਰਨ। ਇੱਕ ਹੋਰ ਗੱਲ, ਜਿਹੜੇ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨਗੇ ਉਹਨਾਂ ਨੂੰ ਬਾਰਡਰ ਖੁੱਲ੍ਹਣ ਤੱਕ ਕੈਨੇਡਾ ਆਉਣ ਦਾ ਮੌਕਾ ਨਹੀਂ ਮਿਲਦਾ, ਤਾਂ ਵੀ ਉਹਨਾਂ ਨੂੰ ਵਰਕ ਪਰਮਿਟ ਲਈ ਯੋਗ ਜਾਂ ਐਲੀਜੀਬਲ ਮੰਨਿਆ ਜਾਏਗਾ। ਜੀ ਰਿਸ਼ੀ ਜੀ, ਸ਼ੁਕਰੀਆ ਇਸ ਸਾਰੀ ਜਾਣਕਾਰੀ ਦੇ ਲਈ। ਮਿਹਰਬਾਨੀ। ਦੇਸ਼ ਦੀ ਗਵਰਨਰ ਜਨਰਲ ਜੂਲੀ ਪਾਇਟ ਤੇ ਆਪਣੇ ਸਟਾਫ ਨਾਲ ਬੇਹੱਦ ਮਾੜੇ ਸਲੂਕ ਦੇ ਇਲਜ਼ਾਮ ਲੱਗੇ ਨੇ। ਐਸਟਰੋਨੌਟ ਪਾਇਟ ਨੇ ਕਦੀ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ ਤੇ ਹੁਣ ਰੀਡੋ ਹਾਲ ਦਾ ਮਾਹੌਲ ਜ਼ਹਿਰੀਲਾ ਬਣਾਉਣ ਜਿਹੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Will the Prime Minister show leadership and launch an independent investigation? Obviously, every Canadian has the right to a safe, secure workspace free from harassment, and that is extremely important. ਹੋਰ ਜਾਣਕਾਰੀ ਲੈਣੇ ਆ ਰੈਡ FM ਵੈਂਕੂਵਰ ਦੇ ਨਿਊਜ਼ ਡਾਇਰੈਕਟਰ ਹਰਜਿੰਦਰ ਥਿੰਦ ਤੋਂ। ਜੀ ਥਿੰਦ ਸਾਹਿਬ, ਕੀ ਜਾਣਕਾਰੀ ਹੈ? ਕੈਨੇਡਾ ਦੀ ਗਵਰਨਰ ਜਨਰਲ ਜੂਲੀ ਪਾਇਟ ਦੇ ਮੁਲਾਜ਼ਮ ਉੱਥੇ ਨੌਕਰ ਚਾਕਰ ਕੰਮ ਕਰਨ ਵਾਲੇ ਉਹਨਾਂ ਤੋਂ ਬਹੁਤ ਤੰਗ ਹਨ ਕਿ ਉਹ ਦੱਸਦੇ ਨੇ ਕਿ ਗੁੱਸੇ ਵਿੱਚ ਆ ਕੇ ਉਹ ਸਾਡੇ ਤੇ ਚੀਕਦੀ ਹੈ, ਸਾਡੀ ਬੇਇੱਜ਼ਤੀ ਕਰਦੀ ਹੈ ਔਰ ਉਹਨਾਂ ਦੀਆਂ ਨੌਕਰਾਣੀਆਂ, ਉਹਨਾਂ ਦੇ ਖਾਨਸਾਮੇ, ਉਹਨਾਂ ਦੇ ਅਰਦਲੀ ਅਤੇ ਹੋਰ ਜਿਹੜੇ ਵੀ ਕਮਿਊਨੀਕੇਸ਼ਨ ਦੇ ਵਿਅਕਤੀ ਨੇ, ਉਹਨਾਂ ਨੌਕਰਾਂ ਚਾਕਰਾਂ ਦੇ ਵਿੱਚੋਂ 4 ਨੌਕਰੀ ਛੱਡ ਗਏ ਨੇ, 2 ਲੰਬੀ ਛੁੱਟੀ ਤੇ ਚਲੇ ਗਏ ਹਨ ਔਰ ਉਹ ਇਹੀ ਦੱਸ ਰਹੇ ਨੇ ਕਿ ਉਹ ਸਾਨੂੰ ਇੰਨਾ ਤੰਗ ਕਰ ਰਹੇ ਨੇ ਕਿ ਕਈ ਕੰਮ ਕਰਨ ਵਾਲੀਆਂ ਨੌਕਰਾਣੀਆਂ ਆਪਣੀਆਂ ਕਾਰਾਂ 'ਚ ਰੋਂਦੀਆਂ ਵੇਖੀਆਂ ਗਈਆਂ।
ਸੋ ਇਸ ਗੱਲ ਨੂੰ ਲੈ ਕੇ ਜਦ ਚਰਚਾ ਛਿੜੀ ਤੇ ਫਿਰ ਉਹਨਾਂ ਦੀ ਸਹੇਲੀ ਅਤੇ ਉਹਨਾਂ ਦੀ ਸੈਕਟਰੀ ਨੇ ਕਿਹਾ ਹੈ ਕਿ ਅਸੀਂ ਇੱਥੇ ਹਾਲਾਤ ਇੰਪਰੂਵ ਕਰਾਂਗੇ, ਅਸੀਂ ਇਸ ਵਰਕਪਲੇਸ ਨੂੰ ਹੋਰ ਵਧੀਆ ਬਣਾਵਾਂਗੇ ਅਤੇ ਅਸੀਂ ਚਾਹੁੰਦੇ ਹਾਂ ਕਿ ਲੋਕ ਖੁਸ਼ਗਵਾਰ ਮਾਹੌਲ ਦੇ ਵਿੱਚ ਕੰਮ ਕਰ ਸਕਣ। ਇਹ ਗੱਲ ਉਹਨਾਂ ਨੇ ਉਦੋਂ ਕਹੀ ਜਦੋਂ ਇਹ ਗੱਲ PMO ਤੱਕ ਪਹੁੰਚ ਚੁੱਕੀ ਸੀ। ਹਾਲੇ ਤੱਕ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਗਿਆ। ਪਹਿਲਾਂ ਉਹ ਐਸਟਰੋਨੌਟ ਸਨ ਤੇ ਪਾਇਲਟ ਰਹੇ, ਫਿਰ ਜੂਲੀ ਪਾਇਟ ਨੂੰ ਗਵਰਨਰ ਜਨਰਲ ਆਫ ਕੈਨੇਡਾ, ਜਿਹੜੀ ਕਿ ਮਹਾਰਾਣੀ ਐਲਿਜ਼ਬeth ਦੀ ਇੱਕ ਰਿਪਰੈਜ਼ੈਂਟੇਟਿਵ ਹੈ, ਉਹ ਮੁਕਰਰ ਕੀਤਾ ਗਿਆ ਸੀ। ਹੁਣ ਇਹ ਵਾਅਦਾ ਕੀਤਾ ਗਿਆ ਹੈ ਕਿ ਉਹ ਮਾਹੌਲ ਨੂੰ ਠੀਕ ਕਰਨਗੇ, ਲੇਕਿਨ ਕਈ ਮੁਲਾਜ਼ਮ ਛੱਡ ਚੁੱਕੇ ਹਨ। ਕੁੱਲ 28 ਮੁਲਾਜ਼ਮ ਕੰਮ ਕਰਦੇ ਨੇ ਤੇ ਸਾਰੇ ਦੇ ਸਾਰੇ ਉਹ ਕਹਿ ਰਹੇ ਨੇ ਕਿ ਅਸੀਂ ਗਵਰਨਰ ਜਨਰਲ ਦੇ ਗੁੱਸੇ ਦੇ ਵਿਕਟਮ ਬਣ ਗਏ ਹਾਂ। ਜੀ ਸ਼ੁਕਰੀਆ ਹਿੰਦ ਸਾਹਿਬ ਇਸ ਜਾਣਕਾਰੀ ਦੇ ਲਈ। ਇਪਸੋਸ ਰੀਡ ਦੇ ਇੱਕ ਪੋਲ ਮੁਤਾਬਕ 93% ਕੈਨੇਡੀਅਨਸ ਇਸ ਵੇਲੇ US ਜਾਣ ਨੂੰ ਖਤਰਨਾਕ ਮੰਨ ਰਹੇ ਨੇ ਤੇ ਇਹਨਾਂ ਵਿੱਚ ਹੁਣ ਕੈਨੇਡੀਅਨ ਟਰੱਕਰਸ ਵੀ ਜੁੜਨੇ ਸ਼ੁਰੂ ਹੋ ਗਏ ਨੇ। US ਵਿੱਚ ਕੋਵਿਡ-19 ਦੇ ਮਾਮਲੇ 40 ਲੱਖ ਨੂੰ ਪਾਰ ਕਰ ਚੁੱਕੇ ਨੇ ਤੇ ਬਾਵਜੂਦ ਇਸ ਦੇ ਕਈ ਅਮਰੀਕੀ ਸਿਆਸਤਦਾਨ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਤੇ ਉਹ ਕੈਨੇਡਾ ਨਾਲ ਸਾਂਝੇ ਬਾਰਡਰ ਨਾਲ ਲੱਗਦੇ ਇਲਾਕਿਆਂ ਵਿੱਚ ਆਵਾਜਾਈ ਖੋਲ੍ਹਣ ਨੂੰ ਕਹਿ ਰਹੇ ਨੇ। ਹਾਲ ਇਹ ਹੈ ਕਿ ਕਈ ਕੈਨੇਡੀਅਨ ਟਰੱਕਰਸ ਹੁਣ US ਦਾ ਰੂਟ ਲੈਣੋਂ ਮਨਾ ਕਰਨ ਲੱਗ ਪਏ ਨੇ। ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਉਹਨਾਂ ਦੀਆਂ ਕੰਪਨੀਆਂ ਨੇ ਉਹਨਾਂ ਦੀ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ, ਪਰ ਉਹਨਾਂ ਨੂੰ ਹੁਣ ਅਮਰੀਕੀ ਸਰਕਾਰ ਅਤੇ ਅਮਰੀਕੀ ਲੋਕਾਂ ਤੇ ਭਰੋਸਾ ਨਹੀਂ ਰਿਹਾ। ਕੈਨੇਡੀਅਨ ਟਰੱਕਰਸ ਦੇ ਨਾ ਤਾਂ US ਜਾਣ ਦੀ ਕੋਈ ਮਨਾਹੀ ਹੈ ਤੇ ਨਾ ਹੀ 14 ਦਿਨ ਦੀ ਆਈਸੋਲੇਸ਼ਨ ਸ਼ਰਤ ਉਹਨਾਂ ਤੇ ਲਾਗੂ ਹੁੰਦੀ ਹੈ। ਕੈਨੇਡੀਅਨ ਟਰੱਕਰਸ ਦੇ ਇਸ ਤਰ੍ਹਾਂ US ਜਾਣ ਤੋਂ ਮਨਾ ਕਰਨ ਦੀਆਂ ਭਾਵੇਂ ਖਬਰਾਂ ਇੱਕਾ ਦੁੱਕਾ ਹੀ ਬਾਹਰ ਆਈਆਂ ਨੇ, ਪਰ ਇਹ ਚਿੰਤਾ ਵਾਲੀ ਗੱਲ ਹੈ। ਰੋਜ਼ਾਨਾ ਕਰੀਬ 30,000 ਟਰੱਕ ਕੈਨੇਡਾ US ਬਾਰਡਰ ਤੋਂ ਲੰਘਦੇ ਨੇ ਤੇ $1 ਬਿਲੀਅਨ ਦਾ ਸਮਾਨ ਆਉਂਦਾ ਜਾਂਦਾ ਹੈ ਤੇ ਇਹ ਆਵਾਜਾਈ ਕੈਨੇਡੀਅਨ ਫੂਡ ਮਾਰਕੀਟ ਲਈ ਵੀ ਉਨੀ ਹੀ ਜ਼ਰੂਰੀ ਹੈ ਜਿੰਨੀ US ਲਈ। ਐਸਟਰਾਜ਼ੈਨੇਕਾ ਫਾਰਮਾਸਿਊਟੀਕਲ ਨਾਲ ਮਿਲ ਕੇ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਾਰੀਆਂ ਨੇ ਇੱਕ ਵੈਕਸੀਨ ਦੀ ਮਨੁੱਖਾਂ ਉੱਪਰ ਕੀਤੀ ਟੈਸਟਿੰਗ ਦੇ ਚੰਗੇ ਨਤੀਜੇ ਸਾਹਮਣੇ ਆਏ ਹੋਣ ਦੀ ਗੱਲ ਆਖੀ ਹੈ। ਇਸ ਵੈਕਸੀਨ ਨਾਲ ਟ੍ਰਾਇਲ ਦੌਰਾਨ ਲੋਕਾਂ ਦੇ ਸਰੀਰ ਅੰਦਰ ਅਜਿਹੀਆਂ ਐਂਟੀਬਾਡੀਜ਼ ਬਣੀਆਂ ਨੇ ਜੋ ਕੋਵਿਡ-19 ਦਾ ਟਾਕਰਾ ਕਰ ਸਕਦੀਆਂ ਨੇ ਤੇ ਸਰੀਰ ਅੰਦਰ ਇਹ 2 ਮਹੀਨੇ ਤੱਕ ਮੌਜੂਦ ਵੀ ਪਾਈਆਂ ਗਈਆਂ। ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਵੀ ਸ਼ਾਇਦ ਇਹ ਵੈਕਸੀਨ ਜਨਤਾ ਲਈ ਉਪਲਬਧ ਨਾ ਹੋ ਸਕੇ। So again, it's something we have to test and follow over time. We can't know until we actually have the data. ਜਾਣਕਾਰੀ ਲਈ ਦੱਸਦੀ ਹੈ ਕਿ ਕੈਨੇਡਾ ਵਿੱਚ ਵੀ ਹੁਣ ਇੱਕ ਅਜਿਹੀ ਵੈਕਸੀਨ ਕੈਂਡੀਡੇਟ ਯਾਨੀ ਜੋ ਵੈਕਸੀਨ ਕੋਵਿਡ-19 ਦਾ ਟਾਕਰਾ ਸ਼ਾਇਦ ਕਰ ਸਕੇ, ਉਸ ਦੀ ਹਿਊਮਨ ਟ੍ਰਾਇਲ ਸ਼ੁਰੂ ਹੋ ਗਈ ਹੈ, ਪਰ ਅਜੇ ਇਹ ਫਰਸਟ ਫੇਜ਼ ਵਿੱਚ ਹੈ। ਤੇ ਚਲਦੇ ਕੁਝ ਹੋਰ ਖਬਰਾਂ। ਕੋਵਿਡ-19 ਸੰਕਟ ਦੌਰਾਨ ਸਟੂਡੈਂਟਸ ਦੀ ਮਦਦ ਵਾਸਤੇ ਕੈਨੇਡਾ ਸਰਕਾਰ ਵੱਲੋਂ ਚਲਾਏ ਗਏ $912 ਮਿਲੀਅਨ ਦੇ ਕੈਨੇਡਾ ਸਟੂਡੈਂਟ ਗ੍ਰਾਂਟ ਪ੍ਰੋਗਰਾਮ ਦਾ ਚੁੱਪ-ਚੁਪੀਤੇ ਸਾਰਾ ਜ਼ਿੰਮਾ ਵੀ ਚੈਰਿਟੀ ਸੰਸਥਾ ਨੂੰ ਦੇ ਦਿੱਤਾ ਗਿਆ। So what we have before us with the We corruption scandal is an organization that receives sole source contracts from the government, from the taxpayer. In regards to aspects of the We Charity Foundation, the public service worked to find the best possible delivery of this program to get student grants for volunteer hours. The public service worked with the We organization to develop the agreement, and the work was done and negotiated at the officials level in those details. ਹੁਣ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ ਫਾਈਨਾਂਸ ਮਿਨਿਸਟਰ ਬਿਲ ਮੋਰਨੋ ਦੇ ਪਰਿਵਾਰਕ ਸੰਬੰਧ ਵੀ ਚੈਰਿਟੀ ਨਾਲ ਨਿਕਲ ਆਏ ਨੇ ਤੇ ਹੁਣ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਸਰਕਾਰ ਮਾਫੀਆ ਮੰਗ ਰਹੀ ਹੈ। I made a mistake in not recusing myself immediately from the discussions, given our family's history. And I'm sincerely sorry about not having done that. ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਪੁਲਿਸ ਨੇ ਕੋਲਬਰੁਕ ਰੋਡ ਲਾਗੇ ਬਣੇ ਇੱਕ ਪਾਰਕ ਵਿੱਚ ਸਪੋਰਟਸ ਕਾਰਾਂ ਦੀਆਂ ਰੇਸਾਂ ਅਤੇ ਨਕਲੀ ਬੰਦੂਕਾਂ ਨਾਲ ਫਾਇਰ ਕਰਕੇ ਵੀਡੀਓ ਬਣਾ ਰਹੇ 12 ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਗਾਇਕ ਸਿੱਧੂ ਮੂਸੇਵਾਲਾ ਦੀ ਰੀਸ ਕਰ ਰਹੇ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪਤਾ ਲੱਗਿਆ ਕਿ ਇਹਨਾਂ ਨੇ ਇਹ ਵੀਡੀਓ ਟਿਕਟੌਕ ਤੇ ਪਾਉਣਾ ਸੀ। US ਵਿੱਚ 23 ਜੁਲਾਈ ਨੂੰ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 40 ਲੱਖ ਨੂੰ ਪਾਰ ਕਰ ਗਏ। US ਵਿੱਚ ਹਰ ਘੰਟੇ ਔਸਤਨ 2600 ਨਵੇਂ ਕੋਵਿਡ-19 ਕੇਸਿਸ ਸਾਹਮਣੇ ਆ ਰਹੇ ਨੇ। 23 ਜੁਲਾਈ ਨੂੰ ਭਾਰਤ ਵਿੱਚ ਕੋਵਿਡ-19 ਦੇ ਇੱਕ ਦਿਨ ਵਿੱਚ ਸਭ ਤੋਂ ਵੱਧ 45,720 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ ਨੂੰ ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 12 ਲੱਖ ਨੂੰ ਪਾਰ ਕਰ ਗਈ। ਖੈਬਰ ਪਖਤੂਨਖਵਾ ਦੇ ਇਲਾਕੇ ਪਾਰਾਚਿਨਾਰ ਦੀ ਤੂੜੀ ਬਾਜ਼ਾਰ ਵਿੱਚ ਸਬਜ਼ੀ ਦੀ ਰੇਹੜੀ ਤੇ ਹੋਏ ਬੰਬ ਧਮਾਕੇ ਵਿੱਚ 23 ਜੁਲਾਈ ਨੂੰ ਇੱਕ ਬੱਚੇ ਸਮੇਤ 17 ਵਿਅਕਤੀ ਜ਼ਖਮੀ ਹੋ ਗਏ। ਪਾਰਾਚਿਨਾਰ ਕੁਰਰਮ ਜ਼ਿਲ੍ਹੇ ਵਿੱਚ ਹੈ, ਜਿਸ ਦਾ ਬਾਰਡਰ ਅਫਗਾਨਿਸਤਾਨ ਨਾਲ ਲੱਗਦਾ ਹੈ। ਲੌਂਗ ਹਾਲ ਕੈਰੀਅਰ ਐਮਿਰੇਟਸ ਨੇ ਕਿਹਾ ਹੈ ਕਿ ਯਾਤਰੀਆਂ ਦੀ ਗਿਣਤੀ ਵਧਾਉਣ ਲਈ ਉਹ ਉਹਨਾਂ ਦਾ ਕੋਵਿਡ-19 ਨਾਲ ਜੁੜਿਆ ਮੈਡੀਕਲ ਖਰਚਾ ਵੀ ਚੁੱਕਣ ਨੂੰ ਤਿਆਰ ਹੈ। ਯਾਤਰੀ ਇੱਕ ਵਾਰ ਆਉਣ ਤਾਂ ਸਹੀ, ਯਾਨੀ ਜੇ ਕੋਈ ਐਮਿਰੇਟਸ ਦੀ ਹਵਾਈ ਜਹਾਜ਼ ਵਿੱਚ ਯਾਤਰਾ ਤੋਂ ਬਾਅਦ ਕੋਵਿਡ-19 ਪੋਜ਼ਿਟਿਵ ਪਾਇਆ ਜਾਏ ਤਾਂ ਉਸ ਵਾਸਤੇ ਯਾਤਰੀ 1,50,000 ਯੂਰੋਜ਼ ਤੱਕ ਕਲੇਮ ਕਰ ਸਕਦਾ ਹੈ ਤੇ 14 ਦਿਨ ਤੱਕ ਦੇ ਕੁਆਰੰਟਾਈਨ ਲਈ ਰੋਜ਼ਾਨਾ ਐਮਿਰੇਟਸ ਵੱਲੋਂ ਉਸ ਨੂੰ 100 ਯੂਰੋ ਦਿੱਤੇ ਜਾਣਗੇ।
ਤੁਸੀਂ ਦੇਖ ਰਹੇ ਸੀ ਹਫਤੇ ਭਰ ਦੀਆਂ ਖਬਰਾਂ ਦਾ ਰਾਉਂਡ ਅਪ ਪ੍ਰੋਗਰਾਮ ਖਬਰਸਾਰ ਹਫਤਾਵਾਰ। ਹੁਣ ਮਨਿੰਦਰ ਨੂੰ ਦਿਓ ਇਜਾਜ਼ਤ, ਅਗਲੇ ਹਫਤੇ ਹੋਏਗੀ ਮੁਲਾਕਾਤ।